सत श्री अकाल। न्यूज़ 18 पंजाब हरियाणा हिमाचल तुम देख रहे हो। गौरव शुक्ला मैं हाँ तुहाडे नाल ते जिस दा इंतजार सी वो समा आ चुकिया है। पोल्स दे महापोल दा न्यूज़ 18 पंजाब तुहानू दसेगा कि पोल्स की कुछ कह रहे ने, सर्वे इस समय की कुछ कह रहे ने। पंजाब दी विधान सभा चोणां नू लैके किहड़ी पार्टी चोण मैदान दे विच वड्डे मार के मार सकदी है, सर्वे की कुछ कह रहे ने, जिक्र होएगा उसका। ਤਾਂ ਪੋਲਸ ਦਾ ਮਹਾਪੋਲ यानी ਹੁਣ तक ਜਿਹੜੇ ਸਰਵੇ ਆਏ ਨੇ, ਜਿਹੜੇ ਪੋਲਸ ਆਏ ਨੇ, ਅਸੀਂ ਉਹਨਾਂ ਪੋਲਸ ਤੇ ਨਜ਼ਰ ਪਾਵਾਂਗੇ ਔਰ ਉਹਨਾਂ ਪੋਲਸ ਦੇ ਵਿੱਚ ਦੇਖਾਂਗੇ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ, ਕਿਹੜੀ ਪਾਰਟੀ ਨੂੰ ਵਾਧਾ ਮਿਲ ਰਿਹਾ ਔਰ ਕਿਹੜੀ ਪਾਰਟੀ ਪਿੱਛੇ ਚੱਲ ਰਹੀ ਹੈ। ਪੰਜਾਬ ਦੇ ਜਿਹੜੇ ਪੋਲਸ ਨੇ ਇੱਕ ਇੱਕ ਕਰਕੇ ਤੁਹਾਨੂੰ ਦਿਖਾਵਾਂਗੇ। ਪੰਜਾਬ ਚੋਣਾਂ ਦੇ ਵਿੱਚ ਕਿਹੜੀ ਧਿਰ ਦੀ ਸਰਕਾਰ ਬਣੇਗੀ, ਕਿਹੜੀ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ ਜਾ ਰਹੀ ਹੈ। ਵੱਖ-ਵੱਖ ਪੋਲਸ ਜਿਹੜੇ ਹੁਣ ਤੱਕ ਆਏ ਨੇ। बिल्कुल 14 तरीक ਨੂੰ ਪਹਿਲਾਂ ਵੋਟਾਂ ਪੈਣੀਆਂ ਸੀ, ਹੁਣ ਵੋਟਾਂ ਪੈਣੀਆਂ ਨੇ 20 ਫਰਵਰੀ ਨੂੰ। 20 ਫਰਵਰੀ ਨੂੰ ਵੋਟਾਂ, 10 ਮਾਰਚ ਨੂੰ ਨਤੀਜੇ। ਪੰਜਾਬ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਨੇ ਉਸ ਸਮੇਂ ਪਤਾ ਲੱਗੇਗਾ, ਪਰ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਕਿ ਸਰਵੇਸ ਕੀ ਕਹਿੰਦੇ ਨੇ। ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕਰਨ ਜਾ ਰਹੇ ਹਾਂ ABP ਨਿਊਜ਼ ਸੀ ਵੋਟਰ ਸਰਵੇ ਦਾ, ਤੇ ਇਸ ਸਰਵੇ ਦੇ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਨੇ ਉਸ ਦਾ ਜ਼ਿਕਰ ਕਰਾਂਗੇ। ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਨੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ। ਆਪ ਵੱਡੀ ਪਾਰਟੀ ABP ਸੀ ਵੋਟਰ ਦੇ ਪੋਲਸ ਦੇ ਜਿਹੜਾ ਸਰਵੇ ਸੀ ਉਸ ਦੇ ਵਿੱਚ ਦਿਖਾਈ ਗਈ ਹੈ। ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ, ਸੀਟਾਂ ਵੀ ਅਸੀਂ ਨਾਲ-ਨਾਲ ਮੈਂਸ਼ਨ ਕਰ ਰਹੇ ਹਾਂ, ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ। ABP ਸੀ ਵੋਟਰ ਦਾ ਸਭ ਤੋਂ ਪਹਿਲਾਂ ਜਿਹੜਾ ਪੋਲ ਹੈ, ਕਾਂਗਰਸ 37 ਤੋਂ 43 ਸੀਟਾਂ ਲਿਜਾ ਰਹੀ ਹੈ ABP ਦੇ ਪੋਲ ਦੇ ਮੁਤਾਬਕ, ਔਰ ਆਪ 52 ਤੋਂ 58। 37 ਤੋਂ 43, 52 ਤੋਂ 58। ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ 17 ਤੋਂ 23 ਤੇ ਭਾਜਪਾ 1 ਤੋਂ 3। ਇਹ ਸੀਟਾਂ ਇਸ ਵੇਲੇ ਆ ਰਹੀਆਂ ਨੇ ABP ਸੀ ਵੋਟਰ ਦੇ ਮੁਤਾਬਕ। ਬਿਲਕੁਲ ABP ਸੀ ਵੋਟਰ ਦੇ ਹਿਸਾਬ ਦੇ ਨਾਲ ਸਾਫ਼ ਹੈ ਕਿ ਸਭ ਤੋਂ ਵੱਡੀ ਪਾਰਟੀ ਹੋਏਗੀ ਜੇ ਇਸ ਵੋਟਰ ਇਸ ਸਰਵੇ ਦੇ ਮੁਤਾਬਿਕ ਨਤੀਜੇ ਆਉਂਦੇ ਨੇ। ਸਭ ਤੋਂ ਵੱਡੀ ਪਾਰਟੀ ਹੋਏਗੀ ਆਮ ਆਦਮੀ ਪਾਰਟੀ, ਜੋ ਬਿਲਕੁਲ ਬਹੁਮਤ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਹੈ। ਪਰ ABP ਨਿਊਜ਼ ਸੀ ਵੋਟਰ ਦਾ ਸਰਵੇ ਇੱਕ ਚੀਜ਼ ਤਾਂ ਸਾਫ਼ ਕਰ ਰਿਹਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪਸ਼ਟ ਤੌਰ ਦੇ ਉੱਤੇ ਜਿਹੜਾ ਬਹੁਮਤ ਹੈ ਉਹ ਮਿਲਦਾ ਹੋਇਆ ਨਜ਼ਰ ਨਹੀਂ ਆਏਗਾ। ਤਾਂ ਅਸੀਂ ਕੁਝ ਗ੍ਰਾਫਿਕਸ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਕਿ ਕਿਸ ਤਰੀਕੇ ਨਾਲ ਕਿਹੜੀ ਸੀਟਾਂ ਕਿਹੜੇ ਵੋਟਰ ਸਰਵੇ ਦੇ ਵੱਲੋਂ ਦਿੱਤੀਆਂ ਗਈਆਂ ਨੇ, ਕਿਹੜੀ ਪਾਰਟੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜੋ ਸ਼ੁਰੂਆਤ ਦੇ ਵਿੱਚ ਅਸੀਂ ਜ਼ਿਕਰ ਕੀਤਾ ਹੈ ਤਾਂ ABP ਨਿਊਜ਼ ਸੀ ਵੋਟਰ ਦਾ ਸਰਵੇ ਦੱਸ ਰਿਹਾ ਕਿ ਕਾਂਗਰਸ ਦੇ ਕੋਲ ਜਿਹੜੀਆਂ ਵੋਟਾਂ ਜਾਂ ਕਹੀਏ ਕਿ ਸੀਟਾਂ ਹੋਣਗੀਆਂ ਉਹ 37 ਤੋਂ 43 ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਥੋੜੀ ਜੀ ਵਧੀਆ ਸਥਿਤੀ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਸਕਦੀ ਹੈ। ਕੁਝ ਗ੍ਰਾਫਿਕ ਦੇਖਦੇ ਹਾਂ, ਇਸ ਦੇ ਜ਼ਰੀਏ ਦੇਖਣ ਨੂੰ ਮਿਲੇਗਾ ਸਾਨੂੰ ਕਿ ਆਖਿਰ ਕੀ ਕੁਝ ਕਿਹੜੀ ਪਾਰਟੀ ਦੇ ਕੋਲ ਕਿੰਨੀਆਂ ਵੋਟਾਂ ਹੋਣਗੀਆਂ। ਸਭ ਤੋਂ ਪਹਿਲਾਂ ਜੋ ਅਸੀਂ ਜ਼ਿਕਰ ਕਰ ਰਹੇ ਹਾਂ ABP ਨਿਊਜ਼ ਸੀ ਵੋਟਰ ਦਾ। ਕਾਂਗਰਸ ਪਾਰਟੀ ਗੌਰਵ ਜਿਸ ਤਰੀਕੇ ਨਾਲ ਦਿਖਾ ਰਹੇ ਆ 38 ਤੋਂ 44 ਸੀਟਾਂ ABP ਸੀ ਵੋਟਰ ਦੇ ਸਰਵੇ ਦੇ ਵਿੱਚ ਦਿਖਾ ਰਹੀ ਹੈ, ਪਰ ਆਮ ਆਦਮੀ ਪਾਰਟੀ ਨੂੰ ਵੱਡੀ ਪਾਰਟੀ ਜਿਹੜੀ ਹੈ ਉਹ ਬਣਾਇਆ ਗਿਆ। ਆਮ ਆਦਮੀ ਪਾਰਟੀ ਉਹਨਾਂ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਗਈਆਂ। ਕਾਂਗਰਸ 38 ਤੋਂ 44, ਯਾਨੀ ਕਾਂਗਰਸ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ, ਪਰ ਜਿਹੜੀ ਹੈ ਕਹਿੰਦੇ ਆ ਮੈਜੋਰਟੀ ਨੂੰ ਟੱਚ ਕਰਨ ਦੇ ਵਿੱਚ ਕਾਂਗਰਸ ਪਾਰਟੀ ਥੋੜੀ ਪਿੱਛੇ ਚੱਲ ਰਹੀ ਹੈ। ਲਾਜ਼ਮੀ ਤੌਰ ਤੇ ਕਾਂਗਰਸ ਦੇ ਲਈ ਇਹ ਚੁਣੌਤੀ ਹੋਏਗੀ ਕਿਉਂਕਿ ਮੌਜੂਦਾ ਸਮੇਂ ਤਾਂ ਸਰਕਾਰ ਹੈ, 80 MLA ਉਹਨਾਂ ਦੇ ਨੇ, ਬੇਸ਼ੱਕ ਉਹਦੇ ਵਿੱਚੋਂ ਕੁਝ ਛੱਡ ਕੇ ਚਲੇ ਗਏ ਹੁਣ। ਤਾਂ ਦੂਜੇ ਪਾਸੇ ਹੁਣ ਸਵਾਲ ਹੀ ਹੈ ਕਿ ਜੇਕਰ ਇਸ ਵਾਰ ਇਸ ਮੁਤਾਬਿਕ ABP ਸੀ ਵੋਟਰ ਦੇ ਹਿਸਾਬ ਦੇ ਨਾਲ ਨਤੀਜੇ ਆਉਂਦੇ ਨੇ ਤਾਂ ਫਿਰ ਤਾਂ ਬਹੁਤ ਵੱਡਾ ਡੈਂਟ ਸਾਫ਼ ਤੌਰ ਦੇ ਉੱਤੇ ਕਾਂਗਰਸ ਦੇ ਲਈ ਹੋਵੇਗਾ। ਪਰ ਇੱਕ ਹੋਰ ਬਹੁਤ ਅਹਿਮ ਹੈ ਕਿ ਜੋ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ BJP ਕਿਸ ਭੂਮਿਕਾ ਦੇ ਵਿੱਚ ਨਜ਼ਰ ਆਏਗੀ। ਤਾਂ ਸਰਵੇ ਤਾਂ ਘੱਟੋ ਘੱਟ ਇਹ ਵਾਲਾ ਸਰਵੇ ਤਾਂ ਕਹਿ ਰਿਹਾ ਕਿ ਜ਼ਿਆਦਾ ਕੋਈ ਸਟਰੋਂਗ ਪੋਜੀਸ਼ਨ ਨਹੀਂ ਹੈ। ਆਪਾਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਯਾਨੀ ਮਤਲਬ BJP ਖਾਤਾ ਖੋਲਣਾ ਵੀ ਇੱਕ ਤਰੀਕੇ ਨਾਲ ਬੜਾ ਮੁਸ਼ਕਿਲ ਜਾਪ। 1 ਤੋਂ 4 ਵਿੱਚੇ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਵੀ ਹੈ, ਕੈਪਟਨ ਅਮਰਿੰਦਰ ਸਿੰਘ ਦਾ ਧੜਾ ਵੀ। ਬਿਲਕੁਲ ਜਿਹੜੇ ਵੱਡੇ ਚਿਹਰੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸੀਟ ਹੈ, ਪਰਮਿੰਦਰ ਢੀਂਡਸਾ ਦੀ ਸੀਟ ਹੈ, ਬਾਕੀ ਜਿਹੜੇ BJP ਦੇ ਵੱਡੇ ਪਲੱਸ ਹੈ। ਔਰ ਉਸੇ ਤਰ੍ਹਾਂ ਅਕਾਲੀ ਦਲ ਵੀ ਸੇਮ ਪੋਜੀਸ਼ਨ ਹੈ ਗੌਰਵ, ਅਕਾਲੀ ਦਲ ਪਲੱਸ ਹੈ, ਯਾਨੀ ਅਕਾਲੀ ਦਲ ਤੇ ਬਸਪਾ ਹੈ। ਔਰ ਉੱਥੇ ਵੀ 17 ਤੋਂ 23 ਸੀਟਾਂ ਦਿੱਤੀਆਂ ਜਾ ਰਹੀਆਂ, ਯਾਨੀ ਪਿਛਲੇ ਵਾਰ ਤਰ੍ਹਾਂ ਦੀ ਇੱਕ ਤਰੀਕੇ ਦੀ ਅਕਾਲੀ ਦਲ ਦੀ ਹਾਲਤ ABP ਸੀ ਵੋਟਰ ਦੇ ਸਰਵੇ ਦੇ ਵਿੱਚ 19 ਦਾ ਫਰਕ ਲੱਗ ਰਿਹਾ ਹੈ। ਬੇਸ਼ੱਕ ਦਾ ਥੋੜਾ ਜਿਹਾ 14 ਸੀਟਾਂ ਸੀ, 12-14 ਸੀਟਾਂ 2 BJP ਦੀਆਂ ਸੀ। ਇਸ ਵਾਰ 12 ਤੋਂ 17 ਜਾਂ 14 ਤੋਂ 23 ਸੀਟਾਂ ਜਿਹੜੀਆਂ 17 ਤੋਂ 23 ਸੀਟਾਂ ਦਿੱਤੀਆਂ ਜਾ ਰਹੀਆਂ ਅਕਾਲੀ ਦਲ ਨੂੰ, ਯਾਨੀ ਅਕਾਲੀ ਦਲ ਤੀਸਰੇ ਨੰਬਰ ਦੀ ਪਾਰਟੀ ਸ਼ੋ ਹੋ ਰਹੀ ਹੈ ABP ਨਿਊਜ਼ ਸੀ ਵੋਟਰ। ਮੌਜੂਦਾ ਸਮੇਂ ਦੇ ਵਿੱਚ ਵੀ ਸਮੀਕਰਨ ਦੇਖੀਏ ਤਾਂ ਇਹੀ ਨੇ ਕਿ BJP ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀ 2017 ਦੇ ਵਿੱਚ ਤੀਜੇ ਨੰਬਰ ਦੇ ਉੱਤੇ ਪਹੁੰਚ ਗਿਆ ਸੀ ਔਰ ਪਹਿਲੇ ਨੰਬਰ ਦੇ ਉੱਤੇ ਕਾਂਗਰਸ ਕਲੀਅਰ ਕੱਟ ਮੈਜੋਰਟੀ ਦੇ ਨਾਲ ਵਿਧਾਨ ਸਭਾ ਚੋਣਾਂ ਜਿੱਤਦੀ ਹੈ। 77 ਸੀਟਾਂ 2017 ਦੇ ਵਿੱਚ ਮਿਲੀਆਂ ਸੀ ਕਾਂਗਰਸ ਨੂੰ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾਅਵੇ ਬਹੁਤ ਸੀ ਪਰ 20 ਸੀਟਾਂ ਮਿਲੀਆਂ ਸੀ। ਅਸੀਂ ਸਰਵੇ ਤੁਹਾਨੂੰ ਦਿਖਾ ਰਹੇ ਹਾਂ ਪਰ ਸਾਫ਼ ਕਰ ਦਈਏ ਕਿ ਨਤੀਜਾ ਆਖਰ ਤੁਹਾਡੀਆਂ ਵੋਟਾਂ ਦੇ ਨਾਲ ਹੀ ਹੋਣਾ ਹੈ। ਇਹ ਤਾਂ ਸਿਰਫ ਸਰਵੇ ਨੇ, ਪਰ ਜਦੋਂ 10 ਮਾਰਚ ਦਾ ਦਿਨ ਆਏਗਾ ਉਸ ਦਿਨ ਹੀ ਪਤਾ ਲੱਗੇਗਾ ਕਿ ਸਰਵੇਸ ਕਿੰਨੇ ਕੁ ਸਟੀਕ ਬੈਠਦੇ ਨੇ ਔਰ ਪੰਜਾਬ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਆਪਣਾ ਫੈਸਲਾ ਸੁਣਾਇਆ। ਔਰ ਵਿਜੇ ਇੱਥੇ ਇਹ ਵੀ ਆਪਾਂ ਨੂੰ ਮੈਂਸ਼ਨ ਕਰਨਾ ਜ਼ਰੂਰੀ ਹੈ
ਕਿ ਅਜੇ ਵੋਟਾਂ ਦੇ ਵਿੱਚ ਵੀ 28-29 ਦਿਨ ਬਾਕੀ ਨੇ। ਬਿਲਕੁਲ, ਤਾਂ ਔਰ ਸਿਆਸਤ ਇਹ ਕਿਹਾ ਜਾਂਦਾ ਓਪੀਨੀਅਨ ਪੋਲਸ ਨੇ ਗੌਰਵ, ਓਪੀਨੀਅਨ ਪੋਲਸ ਨੇ ਕਿ ਮੁੱਢਲੇ ਤੌਰ ਤੇ ਲੋਕਾਂ ਦਾ ਮੂਡ ਕੀ ਹੈ। ਔਰ ਜਦੋਂ ਇਹੋ ਜਿਹਾ ਮਾਹੌਲ ਹੁੰਦਾ, ਅਰਵਿੰਦ ਕੇਜਰੀਵਾਲ ਹੋਰਾਂ ਦੀ ਕੱਲ ਆਪਾਂ ਇੰਟਰਵਿਊ ਕਰ ਰਹੇ ਸੀ, ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਜਿਹੜਾ ਮਾਹੌਲ ਹੁੰਦਾ ਉਹ ਇੱਕ ਦਿਨ ਬਦਲਦਾ ਹੈ, ਇੱਕ ਦਿਨ ਬਦਲਦਾ ਹੈ। ਕਿਸੇ ਪਾਰਟੀ ਨੂੰ ਐਂ ਲੱਗਦਾ ਕਿ ਅਸੀਂ ਅੱਜ ਸਟਰੋਂਗ ਹੈ, ਕੱਲ ਨੂੰ ਤੁਸੀਂ ਉਸ ਸਿਚੁਏਸ਼ਨ 'ਚ ਚਲੇ ਜਾਂਦੇ ਹੋ ਜਿੱਥੇ ਤੁਹਾਨੂੰ ਸੈਟਬੈਕ ਲੱਗ ਜਾਂਦੇ ਆ ਬੜੇ ਵੱਡੇ। ਔਰ ਓਪੀਨੀਅਨ ਪੋਲ ਤੋਂ ਬਾਅਦ ਹਜੇ ਐਗਜ਼ਿਟ ਪੋਲ ਵੀ ਆਉਣੇ ਆ ਵੋਟਾਂ ਤੋਂ ਬਾਅਦ। ਬਿਲਕੁਲ, ਸਮੀਕਰਨ ਕਹਿੰਦੇ ਘੰਟਿਆਂ ਦੇ ਵਿੱਚ ਬਦਲ ਜਾਂਦੇ ਦੂਸਰਾ ਨੇ। ਬਿਲਕੁਲ, ਇੰਡੀਆ ਅਹੈਡ ਪਲੱਸ ETG ਇਸ ਦਾ ਸਰਵੇ ਕੀ ਕੁਝ ਕਹਿੰਦਾ ਉਹ ਵੀ ਤੁਹਾਨੂੰ ਦੱਸਦੇ ਹਾਂ। ਇਸ ਦੇ ਵਿੱਚ ਖਾਸ ਇਹ ਹੈ ਕਿ ਇੰਡੀਆ ਅਹੈਡ ਤੇ ETG ਦੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਲੀਅਰ ਕੱਟ ਮੈਜੋਰਟੀ ਦੇ ਨਾਲ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਘੱਟੋ ਘੱਟ ਇੱਥੇ ਇਹ ਹੈ ਕਿ ਇਹ ਹੰਗ ਅਸੈਂਬਲੀ ਨਹੀਂ ਦਿਖਾ ਰਹੇ ਨੇ, ਦਿਖਾਉਂਦੇ ਆ ਕਿ ਕਿਸ ਨੂੰ ਕਿੰਨੀਆਂ ਸੀਟਾਂ ਦੇ ਰਹੀ ਹੈ ਇੰਡੀਆ ਅਹੈਡ ETG। ਕਾਂਗਰਸ 40 ਤੋਂ 44 ਸੀਟਾਂ ਮਿਲ ਸਕਦੀਆਂ ਨੇ, ਆਮ ਆਦਮੀ ਪਾਰਟੀ ਬਿਲਕੁਲ 59 ਸੀਟਾਂ ਬਹੁਮਤ ਦੇ ਲਈ ਹੁੰਦੀਆਂ ਨੇ, 59 ਤੋਂ 64 ਸੀਟਾਂ ਮਿਲ ਸਕਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਘੱਟ ਸੀਟਾਂ 8 ਤੋਂ 11 ਸਿਰਫ, ਔਰ ਬੀਜੇਪੀ ਕੁਝ ਤਕਰੀਬਨ ਸੇਮ 1 ਤੋਂ 2 ਸੀਟਾਂ ਇਸ ਸਰਵੇ ਦੇ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ। ਬੀਜੇਪੀ ਦੇ ਲਈ ਸਭ ਤੋਂ ਵੱਡਾ ਚੈਲੰਜ ਹੈ, ਬੀਜੇਪੀ ਇੱਕ ਤਰੀਕੇ ਨਾਲ ਇਕੱਲੇ ਤੌਰ ਤੇ ਪਹਿਲੀ ਵਾਰ ਉਤਰੀ ਔਰ ਇੱਕ ਨਵੀਂ ਪਾਰਟੀ ਦੇ ਤੌਰ ਤੇ ਉਤਰੀ ਆ, ਉਹ ਵੀ ਉਸ ਵੇਲੇ ਜਦੋਂ ਕਿਸਾਨ ਅੰਦੋਲਨ ਸੂਬੇ ਦੇ ਵਿੱਚ ਔਰ ਦਿੱਲੀ ਦੇ ਵਿੱਚ ਚੱਲ ਕੇ ਹਟਿਆ। ਹਾਲਾਂਕਿ ਉਸ ਦਾ ਮਸਲਾ ਹੱਲ ਹੋ ਗਿਆ, ਪਰ ਬੀਜੇਪੀ ਦੇ ਪ੍ਰਤੀ ਜਿਹੜੀ ਹਲੇ ਵੀ ਲੋਕਾਂ ਦੀ ਨਾਰਾਜ਼ਗੀ ਹੈ ਜਾਂ ਕਿਸਾਨਾਂ ਦੀ ਨਾਰਾਜ਼ਗੀ ਹੈ ਉਹ ਖਤਮ ਹੁੰਦੀ ਦਿਖਾਈ ਨਹੀਂ ਦਿੱਤੀ, ਜਿਸ ਕਰਕੇ ਇਹ ਸਰਵੇਸ ਦੇ ਵਿੱਚ ਵੀ, ਕਿਉਂਕਿ ਓਪੀਨੀਅਨ ਲੋਕਾਂ ਦੇ ਓਪੀਨੀਅਨ ਨਾਲ ਬਣਦਾ ਹੈ, ਲੋਕਾਂ ਦੀ ਸੋਚ ਕੀ ਹੈ, ਉਹਨਾਂ ਦੇ ਵਿਚਾਰ ਕੀ ਨੇ ਕਿਹੜੀ ਪਾਰਟੀ ਨੂੰ ਲੈ ਕੇ। ਸੋ ਗੌਰਵ, ਕਿਤੇ ਨਾ ਕਿਤੇ ਜਿਹੜਾ ਗੁੱਸਾ ਆਮ ਬੋਲਚਾਲ ਦੇ ਵਿੱਚ ਜਾਂ ਪਿਛਲੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਰਿਹਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਓਪੀਨੀਅਨ ਲੈਣ ਜਾਂਦੇ ਹੋ ਤਾਂ ਉਹੀ ਗੁੱਸਾ ਜਾਂ ਕਿਹੜੀ ਪਾਰਟੀ ਦੇ ਪ੍ਰਤੀ ਉਹਨਾਂ ਨੇ ਆਪਣੀ ਰੁਚੀ ਦਿਖਾਈ ਹੈ ਉਹਦੇ ਆਧਾਰ ਤੇ ਓਪੀਨੀਅਨ ਪੋਲ ਜਿਹੜੇ ਨੇ ਉਹ ਬਣਦੇ ਨੇ। ਔਰ ਜ਼ਾਹਿਰ ਜੀ ਗੱਲ ਹੈ ਕਿ ਉਹ ਗੁੱਸਾ ਅੰਕੜਿਆਂ ਦੇ ਵਿੱਚ ਬੀਜੇਪੀ ਦੇ ਫਿਲਹਾਲ ਤੇ ਨਜ਼ਰ ਆ ਰਿਹਾ। ਇੱਕ ਮਹੀਨੇ ਦੇ ਵਿੱਚ ਸਥਿਤੀ ਬਦਲਦੀ ਹੈ, ਕਿਸ ਤਰੀਕੇ ਵੱਲ ਜਾਂਦੀ ਹੈ ਉਹ ਦੇਖਣਾ ਹੋਊਗਾ। ਬਿਲਕੁਲ ਦੇਖਣਾ ਹੋਏਗਾ। ਹਾਲਾਂਕਿ ਇਹ ਵੀ ਗੱਲ ਹੈ ਕਿ ਖਾਸ ਤੁਹਾਨੂੰ ਯਾਦ ਹੋਏਗਾ 2012 ਦੇ ਵਿੱਚ PPP ਮਨਪ੍ਰੀਤ ਬਾਦਲ ਦੀ ਪਾਰਟੀ ਸੀਟ ਕੋਈ ਵੀ ਨਹੀਂ ਮਿਲੀ, ਮਨਪ੍ਰੀਤ ਬਾਦਲ ਆਪਣੀ ਸੀਟ ਵੀ ਨਹੀਂ ਬਚਾ ਸਕੇ ਸੀ, ਪਰ ਇਹ ਕਿ ਵੋਟਾਂ ਬਹੁਤ ਮਿਲ ਗਈਆਂ ਕਈ ਸੀਟਾਂ ਦੇ ਉੱਤੇ। ਉਹ ਸਮੀਕਰਨ 30,000 ਵੋਟ ਲੈ ਸਮੀਕਰਨ ਬਿਲਕੁਲ ਵਿਗਾੜ ਗਈ ਸੀ, ਤਾਂ ਕਿ ਬੀਜੇਪੀ ਉਸ ਭੂਮਿਕਾ ਦੇ ਵਿੱਚ ਇਸ ਵਾਰ ਨਜ਼ਰ ਆ ਸਕਦੀ ਹੈ। ਕਿਉਂਕਿ ਆਪਾਂ ਲਗਾਤਾਰ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ 38-39% ਹਿੰਦੂ ਵੋਟ ਬੈਂਕ ਹੈ। ਲਾਜ਼ਮੀ ਤੌਰ ਤੇ ਕਿ ਸਾਰੇ ਤਾਂ ਉਹਨਾਂ ਨੂੰ ਵੋਟ ਨਹੀਂ ਕਰਨਗੇ, ਵੰਡੀ ਜਾਏਗੀ ਵੋਟ, ਪਰ ਕਿ ਜਿਹੜਾ ਵੋਟ ਪਰਸੈਂਟੇਜ ਹੋਏਗਾ ਉਹ ਬਾਕੀ ਪਾਰਟੀਆਂ ਨੂੰ ਡੈਂਟ ਕਰ ਸਕਦਾ ਹੈ। ਇਹ ਇੱਕ ਵੱਡੀ ਗੱਲ ਹੈ। ਮੈਨੂੰ ਆਪਾਂ ਇੱਥੇ ਇਹਨਾਂ ਦਾ ਗੱਲ ਹੋਣੀ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਜੇ 8 ਤੋਂ 11 ਸੀਟਾਂ ਤਾਂ ਬਹੁਤ ਨੁਕਸਾਨ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ। ਜੇ ਆਪਾਂ ਅਕਾਲੀ ਦਲ ਦਾ ਜ਼ਿਕਰ 8 ਤੋਂ 11 ਸੀਟਾਂ ਜਿਹੜੀਆਂ ਨੇ 8 ਤੋਂ 11 ਸੀਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਜਾ ਰਹੀਆਂ ਨੇ। ਸੋ ਆਪਣੇ ਆਪ ਦੇ ਵਿੱਚ ਇਹ ਕਾਫੀ ਗੌਰਵ ਜਿਹੜਾ ਹੈ 8 ਤੋਂ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ, ਯਾਨੀ ਅਕਾਲੀ ਦਲ ਦੀ ਜਿਹੜੀ ਸਥਿਤੀ ਇੱਕ ਤਰੀਕੇ ਨਾਲ ਜੇ ਇਸ ਪੋਲ ਦੇ ਹਿਸਾਬ ਨਾਲ ਦੇਖੀਏ, ਹਾਲਾਂਕਿ ਅਕਾਲੀ ਦਲ ਦੇ ਆਗੂਆਂ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਸਿੱਧਾ ਨਕਾਰਦੇ ਹੈ ਕਿ ਇਹ ਜਿਹੜੇ ਪੋਲਸ ਨੇ ਇਹ ਬਾਅਦ ਦੇ ਵਿੱਚ ਬਦਲ ਜਾਂਦੇ ਆ, ਇਹ ਇਸ ਤਰੀਕੇ ਨਾਲ ਹੁੰਦੇ ਆ, ਇਹ ਫੇਕ ਹੁੰਦੇ ਆ ਲੀਡਰ ਜਦੋਂ ਆਪਣੇ ਬਿਆਨ ਦਿੰਦੇ ਆ। ਪਰ ਅਸਲ ਦੇ ਵਿੱਚ ਇਹ ਇੱਕ ਓਪੀਨੀਅਨ ਹੁੰਦਾ ਹੈ ਔਰ ਉਹ ਵੀ ਰੈਂਡਮਲੀ ਹੁੰਦਾ ਕਿ ਇੱਕ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਜਾਣੇਗੇ ਕਿ ਕਿਹੜੀ ਪਾਰਟੀ ਨੂੰ, ਉਸ ਦੇ ਆਧਾਰ ਤੇ ਹੁੰਦਾ। ਸੋ ਜਿਸ ਤਰੀਕੇ ਨਾਲ ਇਹ ਪੋਲਸ ਨਿਕਲ ਕੇ ਆ ਰਹੇ ਆ, ਇਸ ਨੂੰ ਦੇਖ ਕੇ ਲੱਗਦਾ ਵੀ ਅਕਾਲੀ ਦਲ ਦੇ ਲਈ ਵੀ ਸਥਿਤੀ ਜੇ ਪੋਲ ਦੇ ਆਧਾਰ ਤੇ ਚੱਲੀਏ ਤਾਂ ਬਹੁਤੀ ਠੀਕ ਨਹੀਂ ਜਾ, ਬਹੁਤੀ ਸੁਖਾਵੀ ਨਹੀਂ ਹੈ। ਤਾਂ ਖੈਰ ਇੱਕ ਵਾਰੀ ਇੱਕ ਗ੍ਰਾਫਿਕਸ ਦੇ ਉੱਤੇ ਨਜ਼ਰ ਪਾਉਂਦੇ ਆ ਜਿਹੜੇ ਸਾਡੇ ਸਾਹਮਣੇ ਨਿਕਲ ਕੇ ਆਏ ਨੇ। ਇੰਡੀਆ ਹੈਡ ETG ਦਾ ਸਰਵੇ ਜੋ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ, ਕਾਂਗਰਸ ਨੂੰ 40 ਤੋਂ 44 ਸੀਟਾਂ ਇੱਥੇ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜ਼ਿਕਰ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਇੰਡੀਆ ਹੈਡ ETG ਦਾ ਸਰਵੇ ਕਰਾਰ ਦੇ ਰਿਹਾ ਕਿ ਇੱਥੇ ਕਲੀਅਰ ਕੱਟ ਮੈਜੋਰਟੀ ਇਹਨਾਂ ਦੇ ਕੋਲ ਹੋਏਗੀ। 59 ਤੋਂ ਵੱਧ ਸੀਟਾਂ, 59 ਤੋਂ 64 ਸੀਟਾਂ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਕੋਲ ਸੀਟਾਂ ਹੋ ਸਕਦੀਆਂ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਪਲੇਟ ਆਵੇ। ਕਾਂਗਰਸ ਦਾ ਅਸੀਂ ਦਿਖਾ ਰਹੇ ਹਾਂ 40 ਤੋਂ 44 ਸੀਟਾਂ ਤੇ ਕਿੰਨੀਆਂ ਸੀਟਾਂ ਮਿਲਦੀਆਂ ਨੇ ਆਮ ਆਦਮੀ ਪਾਰਟੀ ਆ ਚੁੱਕੀ ਹੈ 59 ਤੋਂ 64 ਸੀਟਾਂ। 59 ਤੋਂ 64 ਸੀਟਾਂ ਬਹੁਤ ਵੱਡੀ ਗੱਲ ਹੈ ਕਿ ਇੱਕ ਸਰਵੇ ਦੇ ਵਿੱਚ ਬਿਲਕੁਲ ਕਲੀਅਰ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਆਪਾਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ 10 ਮਾਰਚ ਨਹੀਂ ਪਤਾ ਲੱਗੇਗਾ ਕਿ ਕਿਸ ਦੇ ਹੱਕ ਦੇ ਵਿੱਚ ਹੈ। ਤੇ ਇੱਕ ਹੋਰ ਚੀਜ਼ ਬਹੁਤ ਅਹਿਮ ਹੈ ਕਿ ਜੇ ਆਮ ਆਦਮੀ ਪਾਰਟੀ ਕਲੀਅਰ ਕੱਟ ਮੈਜੋਰਟੀ ਦੇ ਨਾਲ ਆਉਂਦੀ ਹੈ 59 ਤੋਂ 64 ਸੀਟਾਂ ਕੁਝ ਅਜਿਹੀ ਸਮੀਕਰਨ 10 ਮਾਰਚ ਨੂੰ ਹੋਏ ਤਾਂ ਬਹੁਤ ਸਾਫ਼ ਹੈ ਕਿ ਮਾਲਵੇ ਦੇ ਨਾਲ ਦੁਆਬੇ ਤੇ ਮਾਝੇ ਦੇ ਵਿੱਚ ਵੀ ਫਿਰ ਅਸਰ ਨਜ਼ਰ ਆਏਗਾ। ਪਰਫਾਰਮ ਕਰਨਾ ਪਏਗਾ ਤਾਂ ਹੀ ਇਹ ਜਿਹੜਾ ਸਰਵੇ ਹੈ ਉਸ ਨੂੰ ਟੱਚ ਕਰ ਸਕਦੇ ਆ। ਜੇ ਮਾਝੇ, ਕਿਉਂਕਿ ਪਿਛਲੀ ਵਾਰ ਗੌਰਵ ਆਮ ਆਦਮੀ ਪਾਰਟੀ ਨੂੰ ਜਿਹੜੀ ਸਭ ਤੋਂ ਵੱਡੀ ਮਾਰ ਹੈ ਉਹ ਮਾਝੇ ਦੁਆਬੇ ਚੋਂ ਪਈ ਸੀ ਔਰ ਇਸ ਵਾਰੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਸਾਡਾ ਮਾਝਾ ਦੁਆਬਾ ਠੀਕ ਹੈ, ਸਾਨੂੰ
ਘੱਟੋ ਘੱਟ 20+ ਸੀਟਾਂ ਉਹਨਾਂ ਨੂੰ ਮਾਝੇ ਦੁਆਬੇ ਚੋਂ ਲੈਣੀਆਂ ਪੈਣਗੀਆਂ ਤਾਂ ਜਾ ਕੇ ਇਸ ਆંકੜੇ ਨੂੰ ਉਹ ਟੱਚ ਕਰ ਸਕਦੇ। ਬਿਲਕੁਲ 25 ਸੀਟਾਂ ਨੇ ਮਾਝੇ ਦੇ ਵਿੱਚ, ਕਿਉਂਕਿ ਆਪਾਂ ਸੀਟਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਖੇਤਰਾਂ ਨੂੰ ਗਿਣਦੇ ਆ। 69 ਸੀਟਾਂ ਹੈਗੀਆਂ ਮਾਲਵੇ 'ਚ, 25 ਸੀਟਾਂ ਹੈਗੀਆਂ ਮਾਝੇ 'ਚ ਔਰ 23 ਸੀਟਾਂ ਹੈਗੀਆਂ ਨੇ ਦੁਆਬੇ 'ਚ। ਖਾਸ ਸੀਟਾਂ ਜਿਹੜੀਆਂ ਪਿਛਲੀ ਵਾਰ ਆਈਆਂ 69 ਦੇ ਵਿੱਚੋਂ 18 ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਸੀ 2017 ਦੇ ਇਲੈਕਸ਼ਨ 'ਚ, 2 ਸੀਟਾਂ ਦੁਆਬੇ ਤੋਂ ਤੇ ਮਾਝੇ 'ਚ ਖਾਤਾ ਵੀ ਨਹੀਂ ਖੁੱਲਿਆ। ਤਾਂ ਇਹ ਅਸੀਂ ਜ਼ਿਕਰ ਕਰ ਰਹੇ ਕਿ ਜੇ 59 ਤੋਂ ਅਕਾਲੀ ਦਲ ਦਾ ਗ੍ਰਾਫਿਕ ਆ ਗਿਆ, ਜੇ 59 ਤੋਂ 64 ਤੱਕ ਪਹੁੰਚਣਾ ਹੈ, ਬਹੁਮਤ ਲੈਣਾ ਤਾਂ ਫਿਰ ਮਾਝੇ 'ਚ ਵੀ ਪਰਫਾਰਮ ਕਰਨਾ ਪਏਗਾ, ਦੁਆਬੇ 'ਚ ਵੀ ਪਰਫਾਰਮ ਕਰਨਾ ਪਏਗਾ, ਮਾਲਵੇ 'ਚ ਤਾਂ ਆਬਵੀਅਸ। ਔਰ ਉਸ ਵੇਲੇ ਗੌਰਵ ਜਿਹੜੇ ਸਰਵੇ ਸੀ ਉਹ ਬੜੇ ਚਰਚਿਤ ਹੋਏ ਸੀ ਕਿ ਆਮ ਆਦਮੀ ਪਾਰਟੀ ਨੇ 100 ਸੀਟਾਂ ਦੇ ਦਾਅਵੇ ਕੀਤੇ ਸੀ। ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੁੱਛਿਆ ਕਿ ਤੁਸੀਂ ਦਾਅਵਾ, ਤਾਂ ਇਸ ਵਾਰ ਉਹ ਦਾਅਵਾ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਅਸੀਂ ਮੈਜੋਰਟੀ ਦੇ ਨੇੜੇ ਜਾਵਾਂਗੇ, ਪਰ ਇਸ ਵਾਰ ਉਹਨਾਂ ਨੇ ਉਹ ਗੱਲ ਨਹੀਂ ਕਹੀ ਕਿ ਅਸੀਂ 100 ਸੀਟਾਂ ਜਿਹੜੀਆਂ ਹੈਗੀਆਂ ਉਹ ਲੈ ਕੇ ਬਿਲਕੁਲ ਅਸੀਂ ਇੰਡੀਆ ਹੈਡ ETG ਦਾ ਜਿਹੜਾ ਸਰਵੇ ਹੈ ਉਸਦੇ ਵੱਖ-ਵੱਖ ਪੁਆਇੰਟਸ ਦੇ ਉੱਤੇ ਗੱਲ ਕਰ ਰਹੇ ਹਾਂ। 8 ਤੋਂ 11 ਅਕਾਲੀ ਦਲ ਸੀ ਤੇ ਬੀਜੇਪੀ ਆ ਚੁੱਕੀ ਹੈ, 1 ਤੋਂ 2 ਸੀਟਾਂ ਬੀਜੇਪੀ ਦੇ ਖਾਤੇ ਜਾ ਸਕਦੀਆਂ ਨੇ। ਅਸੀਂ ਅਗਲੇ ਸਰਵੇ ਦਾ ਹੁਣ ਰੁਖ ਕਰਾਂਗੇ ਕਿ ਅਗਲੇ ਸਰਵੇ ਦੇ ਵਿੱਚ ਕੀ ਕੁਝ ਹੈ। ਇੰਡੀਆ ਹੈਡ ਦੀ ਇੱਕ ਵਾਰ ਤੁਸੀਂ ਪੂਰੀ ਜਿਹੜੇ ਸਰਵੇ ਦੇ ਨਤੀਜੇ ਨੇ ਉਹ ਦੇਖ ਲਓ। 40 ਤੋਂ 44 ਸੀਟਾਂ ਇਸ ਸਮੇਂ ਕਾਂਗਰਸ ਦੇ ਕੋਲ ਦਿਖਾ ਰਿਹਾ ਹੈ, 59 ਤੋਂ 64 ਸੀਟਾਂ ਆਮ ਆਦਮੀ ਪਾਰਟੀ ਨੂੰ ਦਿਖਾ ਰਿਹਾ, 8 ਤੋਂ 11 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਅਕਾਲੀ ਦਲ ਨੂੰ ਤੇ 1 ਤੋਂ 2 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਬੀਜੇਪੀ ਨੂੰ। ਤਾਂ ਇਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਰਿਪਬਲਿਕ ਪੀ ਮਾਰਕਿਊ ਦਾ ਜਿਹੜਾ ਸਰਵੇ ਹੋਇਆ ਉਹ ਕੀ ਕੁਝ ਕਹਿ ਰਿਹਾ ਹੈ। ਵਿਜੇ ਬਾਲ ਰਿਪਬਲਿਕ ਪੀ ਮਾਰਕਿਊ ਦਾ ਸਰਵੇ ਅਸੀਂ ਦਿਖਾ ਰਹੇ ਹਾਂ। ਪੀ ਮਾਰਕ ਰਿਪਬਲਿਕ ਪੀ ਮਾਰਕ ਇਹ ਸਰਵੇ ਜਿਹੜਾ ਇਸ ਏਜੰਸੀ ਵੱਲੋਂ ਕੀਤਾ ਗਿਆ। ਕਾਂਗਰਸ ਨੂੰ 42 ਤੋਂ 48 ਸੀਟਾਂ ਇਸ ਸਰਵੇ ਦੇ ਵਿੱਚ ਦਿੱਤੀਆਂ ਗਈਆਂ ਨੇ, ਆਮ ਆਦਮੀ ਪਾਰਟੀ ਨੂੰ 50 ਤੋਂ 56 ਸੀਟਾਂ। ਬਹੁਤਾ ਫਰਕ ਨਹੀਂ ਹੈ ਗੌਰਵ ਇਹਨਾਂ ਸਰਵੇਜ਼ ਦੇ ਵਿੱਚ, 19-21 ਦਾ ਫਰਕ ਹੈ। ਹਰ ਇੱਕ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਦਿਖ ਰਹੀ ਹੈ ਹਰ ਸਰਵੇ ਦੇ ਵਿੱਚ। ਸੈਕਿੰਡ ਨੰਬਰ ਤੇ ਕਾਂਗਰਸ, ਥਰਡ ਨੰਬਰ ਤੇ ਅਕਾਲੀ ਦਲ। ਇਸ ਦੇ ਵਿੱਚ ਵੀ ਜਿਹੜਾ ਆਪਾਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਸੀ, ਇਸ ਦੇ ਵਿੱਚ ਵੀ ਲਗਭਗ ਇਸ ਸਰਵੇ 'ਚ ਉਨੀਆਂ ਹੀ ਸੀਟਾਂ ਨੇ।